ਦਿੱਲੀ ਜਿਹੜਾ ਲਾਲ ਕਿਲੇ ਦੇ ਉੱਤੇ ਕਿਸਾਨੀ ਝੰਡਾ ਤੇ ਕੇਸਰੀ ਝੰਡਾ ਝੁੱਲਿਆ ਉਹਨੂੰ ਸਾਲ ਹੋ ਗਿਆ, ਤਾਂ 1 ਸਾਲ ਬਾਅਦ ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਕਿ 1 ਸਾਲ ਪਹਿਲਾਂ ਗੱਲਾਂ ਕੁਝ ਹੋਰ ਸਨ, ਅੱਜ ਗੱਲਾਂ ਕੁਝ ਹੋਰ ਹੋ ਗਈਆਂ? ਜਦੋਂ ਅਸੀਂ ਲਾਲ ਕਿਲੇ ਵੱਲ ਵੱਧ ਰਹੇ ਸੀਗੇ, ਕੇਸਰੀ ਨਿਸ਼ਾਨ ਸਾਹਿਬ ਅਸੀਂ ਖਾਲੀ ਪੋਲਾਂ ਦੇ ਉੱਪਰ ਜਾ ਕੇ ਕੱਢੇ। ਜਿਹੜਾ ਅਸੀਂ ਉਦੋਂ ਮਾਹੌਲ ਦੇਖ ਰਹੇ ਸੀ ਕਿ ਸ਼ਾਇਦ ਪੰਜਾਬ ਦਾ ਕੁਛ ਨਾ ਕੁਛ ਅੱਜ ਪੁਰਾਣਾ ਜਿਹੜਾ ਸੰਤਾਂ ਵਾਲਾ ਦੌਰ ਸੀਗਾ, ਜਿਹੜਾ ਜਵਾਨੀ ਨੂੰ ਬਚਾਉਣ ਦੀ, ਨਸ਼ੇ ਤੋਂ ਦੂਰ ਕਰਨ ਦੀ ਗੱਲਾਂ ਜਿਹੜੀਆਂ ਹੁੰਦੀਆਂ ਸੀ, ਸ਼ਾਇਦ ਉਹ ਸਮਾਜ ਦੁਆਰਾ ਸਿਰਜਿਆ ਜਾਂਦਾ ਪੰਜਾਬ ਦੇ ਵਿੱਚ। ਸਾਡੇ ਗਦਾਰ ਲੀਡਰਾਂ ਨੇ ਸਾਨੂੰ ਗਦਾਰ ਬਣਾ ਕੇ ਤੇ ਆਪ ਸਰਕਾਰ ਦੀਆਂ ਝੋਲਾਂ 'ਚ ਗਿਰ ਕੇ ਤੇ ਸਾਨੂੰ ਬਦਨਾਮ ਕੀਤਾ। ਈਵਨ ਅੱਜ ਤੱਕ ਅਸੀਂ ਦੇਖਦੇ ਹਾਂ, ਜਿੱਥੇ ਅਸੀਂ ਪਿਛਲੇ ਸਾਲ 26 ਨੂੰ ਖੜੇ ਸੀ, ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ, ਕੁਛ ਨਹੀਂ ਬਦਲਿਆ। ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ, ਕੁਛ ਨਹੀਂ ਬਦਲਿਆ। ਉਸ ਵੇਲੇ ਤਰਕ ਦਿੱਤੇ ਜਾ ਰਹੇ ਸੀ ਕਿ ਗਲਤ ਹੋ ਗਿਆ, ਪਰ ਅੱਜ ਦੇਖਦੇ ਹਾਂ ਕਿ ਅੱਜ ਬਹੁਮਤ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਨਹੀਂ, ਕੁਝ ਵੀ ਗਲਤ ਨਹੀਂ ਹੋਇਆ। ਬਾਈ ਜੀ, ਉਹ ਘਟਨਾ ਨਹੀਂ, ਪਹਿਲੀ ਗੱਲ ਤਾਂ ਉਹ ਘਟਨਾ ਨਹੀਂ ਸੀ, ਉਹ ਤਾਂ ਇੱਕ ਨੌਜਵਾਨਾਂ ਦਾ ਰੋਹ ਸੀ, ਇੱਕ ਜੋਸ਼ ਸੀ, ਜਿਹੜਾ ਕਿ ਸਾਨੂੰ ਸਿਰਫ ਕੇਸਰੀ ਨਿਸ਼ਾਨਾਂ ਤੋਂ ਹੀ ਮਿਲਦਾ ਆ। ਤਾਂ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਆ। ਇਹਦੇ ਵਿੱਚ ਲੀਡਰਾਂ ਨੇ ਹੀ ਕਿਹਾ ਕਿ ਲਾਲ ਕਿਲੇ ਦੇ ਨਾਲ ਇੱਕ ਪਾਸੇ ਟਰੈਕਟਰ ਚੱਲੂਗਾ, ਇੱਕ ਪਾਸੇ ਟੈਂਕ ਚੱਲੂਗਾ, ਬਟ ਇਹਨਾਂ ਨੇ ਪੈਰ ਪਿੱਛੇ ਖਿੱਚੇ ਆ। ਅੱਜ 1 ਸਾਲ ਹੋ ਗਿਆ, ਉਹੀ ਗੱਲ ਹੋ ਗਈ ਕਿ ਬਿੱਲੀਆਂ ਜਿਹੜੀਆਂ ਆ ਉਹ ਥੈਲਿਆਂ 'ਚੋਂ ਬਾਹਰ ਨੂੰ ਆ ਰਹੀਆਂ ਨੇ। ਇਲੈਕਸ਼ਨਾਂ ਦਾ ਦੌਰ ਆ ਗਿਆ, ਸਭ ਨੂੰ ਆਪਦੀ ਪਈ ਆ, ਆਪਦੀ ਕੁਰਸੀ ਦੀ ਪਈ ਆ। ਈਵਨ ਪੰਜਾਬ ਨਾਲ ਕਿਸੇ ਨੂੰ ਦਿਲੋਂ ਪਿਆਰ ਨਹੀਂ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਸਹਾਰਾ ਨਹੀਂ, ਨਾ ਤਾਂ ਕਿਸੇ ਪੋਲੀਟੀਕਲ ਪਾਰਟੀ ਵੱਲੋਂ, ਤੇ ਨਾ ਜਿਹੜਾ ਉੱਠਦਾ ਆ ਉਹਨਾਂ ਨੂੰ ਜੇਲ੍ਹਾਂ 'ਚ ਧੱਕਦੇ ਆ। ਆਪਣੀ ਭਾਸ਼ਾ ਮਰ ਰਹੀ ਹੈ, ਨੌਜਵਾਨੀ ਇੱਥੇ ਰਹਿ ਗਈ ਹੈ, ਨਸ਼ੇ 'ਚ ਮਰ ਰਹੀ ਹੈ, ਜਾਂ ਜਿਹੜਾ ਕੋਈ ਬੋਲਦਾ ਆ ਉਹ ਜੇਲ੍ਹਾਂ 'ਚ ਜਾ ਰਿਹਾ। ਪੰਜਾਬ ਦਾ ਕੋਈ ਬੁਰਾ ਹਾਲ ਹੈ ਜਮਾਂ। ਤਾਂ ਜਿਹੜੇ ਪੰਜਾਬ ਦੀਆਂ ਸਿਆਸੀ ਲੀਡਰ ਨੇ, ਬਹੁਤ ਸਾਰੇ ਸਿਆਸੀ ਲੀਡਰ ਨੇ, ਉਹਨਾਂ ਨੇ ਕਿਹਾ ਕਿ ਤਿਰੰਗੇ ਦਾ ਅਪਮਾਨ ਹੋ ਗਿਆ। ਭਗਵੰਤ ਮਾਨ ਦਾ ਵੀ ਬਿਆਨ ਸੀ, ਆਮ ਆਦਮੀ ਪਾਰਟੀ ਕਹਿੰਦੇ ਕਿ ਅਸੀਂ ਪੰਜਾਬ ਦੀ ਨੁਹਾਰ ਬਦਲ ਦਾਂਗੇ, ਪੰਜਾਬ ਹਿਤੈਸ਼ੀ ਆ, ਪਰ ਉਹਨਾਂ ਨੇ ਵੀ ਕਿਹਾ ਕਿ ਉੱਥੇ ਤਿਰੰਗੇ ਦਾ ਅਪਮਾਨ ਹੋਇਆ। ਕੀ ਇਹ ਤਿਰੰਗੇ ਦਾ ਅਪਮਾਨ ਹੋਇਆ ਸੀ? ਦੇਖੋ ਜੀ, ਸੱਚ ਬੋਲਾਂ ਤਾਂ ਭਾਂਬੜ ਬਚਦਾ, ਨਾ ਬੋਲਾਂ ਤਾਂ ਮਰਦਾ। ਜੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਤਾਂ ਕੀ ਸਟੈਂਡ ਰਹਿ ਗਿਆ ਪ੍ਰੋਫੈਸਰ ਭੁੱਲਰ ਸਾਹਿਬ ਦੇ ਹੱਕ ਦੇ ਵਿੱਚ ਕੇਜਰੀਵਾਲ ਦਾ? ਇਹ RSS ਦੀ B ਟੀਮ ਹੈ ਆਮ ਆਦਮੀ ਪਾਰਟੀ। ਇਹਨੇ ਤਾਂ ਇੰਨਾ ਵੱਡਾ ਨੁਕਸਾਨ ਕਰਨਾ ਪੰਜਾਬ ਨੂੰ ਜਿੰਨਾ ਕਿ ਕਿਸੇ ਪਾਰਟੀ ਨੇ ਨਹੀਂ ਕਰਿਆ ਹੋਊਗਾ। ਕੇਜਰੀਵਾਲ ਗੱਲਾਂ ਕਰਦਾ ਆ, ਮੈਂ ਜਿਹੜੇ ਝੁੱਗੀਆਂ ਝੌਂਪੜੀਆਂ ਵਾਲੇ ਉਹ ਵੀ ਪਿੰਡਾਂ ਦੇ ਵਿੱਚ ਵਸਾਊਂਗਾ। ਝੁੱਗੀਆਂ ਝੌਂਪੜੀਆਂ ਵਾਲੇ ਸਾਨੂੰ ਕਿਸੇ ਨਾਲ ਕੋਈ ਦਿੱਕਤ ਨਹੀਂ ਹੈ, ਪਰ ਜੇ ਪੰਜਾਬ ਦਾ ਬੰਦਾ ਕੋਈ ਬਾਹਰ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਤਾਂ ਅਸੀਂ ਆਪਦੇ ਦਿਲ ਦੇ ਉੱਤੇ ਅਸੀਂ ਕਿਸੇ ਨੂੰ ਕਿਉਂ ਬਿਠਾਈਏ? ਸਾਡਾ ਤਾਂ ਪਹਿਲਾਂ ਹੀ ਬੁਰਾ ਹਾਲ ਹੈ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਜਾਂ ਹੋਰ ਵੀ ਕਈ ਕਿਸਾਨ ਆਗੂਆਂ ਨੇ ਸਟੇਜ ਤੋਂ ਖੜ੍ਹ ਕੇ ਦੀਪ ਸਿੱਧੂ ਜਾਂ ਲੱਖੇ ਵਰਗੇ ਨੌਜਵਾਨਾਂ ਨੂੰ ਗਦਾਰ ਆਖਿਆ ਸੀ। ਤੁਸੀਂ ਉਸ ਵੇਲੇ ਦੀਪ ਸਿੱਧੂ ਦੇ ਨਾਲ ਰਹੇ, ਤਾਂ ਉਸ ਵੇਲੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਸਿਰਜਿਆ ਗਿਆ ਸੀ ਕਿ ਸ਼ਾਇਦ ਪਤਾ ਨਹੀਂ ਕੀ ਬਹੁਤ ਵੱਡਾ ਕਾਰਾ ਕਰਤਾ। ਅੱਜ ਹਾਲਾਤ ਬਦਲ ਗਏ ਨੇ, ਦੀਪ ਸਿੱਧੂ ਅੱਜ ਰਾਜਨੀਤੀ ਤੋਂ ਬਾਹਰ ਨੇ, ਬਲਵੀਰ ਸਿੰਘ ਰਾਜੇਵਾਲ ਰਾਜਨੀਤੀ ਦੇ ਵਿੱਚ ਆ ਚੁੱਕੇ ਨੇ। ਤਾਂ ਦੋਨੇ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ? ਉੱਥੇ ਬੋਲਿਆ ਗਿਆ, ਉਰੇ ਹੁਣ ਰਾਜਨੀਤੀ ਦੇ ਵਿੱਚ ਸਿਆਸਤ ਹੁਣ ਇਹ ਰਾਜੇਵਾਲ ਸਾਹਿਬ ਕਰ ਰਹੇ ਨੇ। ਸਾਡਾ ਹੀ ਹਲਕਾ ਆ ਸਮਰਾਲਾ ਹਲਕਾ, ਸਮਰਾਲੇ ਹਲਕੇ ਤੋਂ ਰਾਜੇਵਾਲ ਸਾਹਿਬ ਨੇ ਟਿਕਟ ਲਈ ਹੈ। ਪਰ ਮੈਂ ਰਾਜੇਵਾਲ ਸਾਹਿਬ ਨੂੰ ਇੱਕ ਕਹਿਣਾ ਚਾਹੁੰਦਾ ਆ, ਰਾਜੇਵਾਲ ਸਾਹਿਬ, ਜਦੋਂ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਜਾਣਾ ਆ ਨਾ, ਤਾਂ ਲੋਕਾਂ ਨੇ ਤੁਹਾਨੂੰ ਪੁੱਛਣਾ ਜ਼ਰੂਰ ਹੈ ਕਿ ਕੇਸਰੀ ਨਿਸ਼ਾਨ ਸਾਹਿਬ ਤੋਂ ਤੁਹਾਨੂੰ ਇੰਨਾ ਡਰ ਕਿਉਂ ਲੱਗਦਾ ਸੀ? ਉਹ ਕਹਿ ਰਹੇ ਨੇ ਕਿ ਵੀ ਪੰਥ, ਪੰਜਾਬ, ਸਿੱਖ ਕੌਮ ਮੈਨੂੰ ਵੋਟਾਂ ਪਾ। ਜੇ ਰਾਜਨੀਤੀ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਕੋਈ ਸਟੈਂਡ ਲੈ ਕੇ ਬੰਦਾ ਬੈਠਾ ਤਾਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਬਾਕੀ ਰਾਜੇਵਾਲ ਸਾਹਿਬ ਵਾਂਗੂ ਤਾਂ ਸਾਡੇ ਕੋਲ ਤਾਂ ਰੀਸਾਂ ਹੋਣੀਆਂ ਨਹੀਂ, ਉਹਨਾਂ ਨੇ ਤਾਂ ਪੰਡਾਂ ਭਰ ਲਈਆਂ ਪੈਸਿਆਂ ਦੀਆਂ। ਜਾਂ ਜਿਹੜੇ 26 ਨੂੰ ਨੌਜਵਾਨਾਂ ਦੇ ਉੱਤੇ ਪਰਚੇ ਪਾਏ ਗਏ ਸੀ, ਉਹਨਾਂ ਦਾ ਕੀ ਬਣਿਆ? ਜਾਂ ਜਿਹੜੇ ਨੌਜਵਾਨ ਮੂਹਰੇ ਹੋ ਕੇ ਮੂਹਰਲੀ ਕਤਾਰ ਦੇ ਵਿੱਚ ਕਹੇ ਸੀ ਕਿ ਹਾਂ ਅਸੀਂ ਇਸ ਅੰਦੋਲਨ ਦੀ ਜਿਹੜੀ ਕੰਧ ਦਾ ਕੰਮ ਕਰਾਂਗੇ? ਦੇਖੋ, ਪਰਚੇ ਤਾਂ ਜਦ ਕਿਹਾ ਗਿਆ ਸੀਗਾ ਕਿ ਜਿਹੜੇ 3 ਕਾਲੇ ਕਾਨੂੰਨ ਆ ਇਹ ਵਾਪਸ ਲਏ, ਤਾਂ ਜਿਹੜੇ ਪਰਚੇ ਉਹ ਵੀ ਲਏ ਜਾਣਗੇ। ਅਜੇ ਤੱਕ ਤਾਂ ਕਿਸੇ ਦੇ ਕੋਈ ਪਰਚੇ ਜਿਹੜੇ ਉਹ ਵਾਪਸ ਨਹੀਂ ਲਏ ਗਏ, ਨਾ ਦੀਪ ਦੇ, ਨਾ ਕਿਸੇ ਹੋਰ ਦੇ, ਕਿਸੇ ਦੇ ਵੀ ਨਹੀਂ ਲਏ ਗਏ। ਕਹਿਣ ਦੀਆਂ ਗੱਲਾਂ ਨੇ, ਅਫਵਾਹਾਂ ਜਿੰਨੀਆਂ ਮਰਜ਼ੀ। ਠੱਗਿਆ ਮਹਿਸੂਸ ਕਰਦੇ ਹੋ? ਠੱਗਿਆ ਕੀ, ਜੇ ਲੁੱਟੇ ਮਹਿਸੂਸ ਕਰਦੇ ਆ, ਚਾਹੇ ਮੋਨੇ ਆ, ਚਾਹੇ ਜਿੱਦਾਂ ਦੇ ਮਰਜ਼ੀ ਆ, ਗਲਤ ਆ, ਜੋ ਮਰਜ਼ੀ ਆ, ਪਰ ਜਦੋਂ ਗੱਲ ਆਪਣੇ ਪੰਜਾਬ ਦੀ ਆਉਂਦੀ ਆ ਉਦੋਂ ਕਿਤੇ ਨਾ ਕਿਤੇ ਫਿਰ ਸੰਤਾਂ ਦੀ ਯਾਦ ਤਾਂ ਆਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਣੇ ਹੋਏ ਹੋ KTV UK ਦੇ ਨਾਲ। 26 ਜਨਵਰੀ 2021 ਉਹ ਦਿਨ ਜਦੋਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਮਾਰਚ ਕਰਨਗੀਆਂ। ਹਾਲਾਂਕਿ ਉਸ ਤੋਂ ਪਹਿਲਾਂ ਇੱਕ ਲੰਬਾ ਵਿਵਾਦ ਦਾ ਵਿਸ਼ਾ ਇਹ ਗੱਲ ਬਣੀ ਹੈ ਕਿ ਆਖਰ ਉਹ ਮਾਰਚ ਕਰਿਆ ਕਿੱਥੇ ਜਾਣਾ ਸੀ, ਸਮਾਂ ਆਉਣ ਉੱਤੇ ਜਿਹੜਾ ਰੋਡ ਮੈਪ ਹੈ ਉਹਨੂੰ ਕਿਉਂ ਬਦਲਿਆ ਗਿਆ, ਅਤੇ ਕਿਵੇਂ ਜਿਹੜੇ ਕਿਸਾਨ ਨੇ ਉਹ ਦਿੱਲੀ ਦੇ ਲਾਲ ਕਿਲੇ ਤੱਕ ਪਹੁੰਚੇ,
ਕਈ ਤਰ੍ਹਾਂ ਦੇ ਤਰਕ ਇਸ ਮਾਮਲੇ ਦੇ ਉੱਤੇ ਦਿੱਤੇ ਜਾਂਦੇ ਨੇ, ਪਰ ਵੱਡੀ ਗੱਲ ਇਹ ਕਿ ਜਦੋਂ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਅਤੇ ਕਿਸਾਨਾਂ ਦਾ ਜਿਹੜਾ ਝੰਡਾ ਹੈ ਉਹ ਝੁਲਦਾ ਆ, ਤਾਂ ਉਸ ਤੋਂ ਬਾਅਦ ਕਈ ਕਿਸਾਨ ਆਗੂ ਉਹਨਾਂ ਨੌਜਵਾਨਾਂ ਤੋਂ ਪੈਰ ਪਿੱਛੇ ਖਿੱਚ ਲੈਂਦੇ ਨੇ। ਕਈ ਕਿਸਾਨ ਨੌਜਵਾਨ ਆਗੂਆਂ ਨੂੰ ਬਦਨਾਮ ਕੀਤਾ ਜਾਂਦਾ ਹੈ। ਉਹ ਸਾਰੀ ਗੱਲ ਕਹਾਣੀ ਦੀਪ ਸਿੱਧੂ, ਲੱਖਾ ਸਿਧਾਣਾ ਵਰਗੇ ਨੌਜਵਾਨਾਂ ਦੇ ਸਿਰ ਮੜ ਦਿੱਤੀ ਜਾਂਦੀ ਹੈ। ਤਾਂ ਸਾਲ ਹੋ ਚੁੱਕਿਆ ਇਸ ਘਟਨਾ ਨੂੰ। 1 ਸਾਲ ਤੋਂ ਬਾਅਦ ਸਮੀਕਰਨ ਬੜੇ ਬਦਲ ਗਏ। ਜਿਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਕਿ ਰਾਜਨੀਤੀ ਕਰਨ ਆਏ ਨੇ, ਉਹ ਰਾਜਨੀਤੀ ਦੇ ਵਿੱਚ ਨਹੀਂ ਆਏ, ਤੇ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਰਾਜਨੀਤੀ ਕਰਨ ਆਏ ਨੇ, ਉਹ ਰਾਜਨੀਤੀ ਦੇ ਵਿੱਚ ਆ ਗਏ। ਤਾਂ ਇਹਨਾਂ ਸਭ ਦੇ ਦੌਰਾਨ ਅੱਜ ਤੁਹਾਨੂੰ ਉਸ ਨੌਜਵਾਨ ਦੇ ਰੂਬਰੂ ਕਰਾਵਾਂਗੇ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਨੇ ਅਤੇ 26 ਜਿਹੜੀ ਜਨਵਰੀ ਹੈ ਉਹਦੇ ਗਵਾਹ ਨੇ, ਤੇ ਉਹਨਾਂ ਦੇ ਨਾਲ ਇਸ ਮਾਮਲੇ ਦੇ ਉੱਤੇ ਜਿਹੜੀ ਗੱਲਬਾਤ ਹੈ ਅਸੀਂ ਉਹ ਕਰਾਂਗੇ। ਤਾਂ ਸਾਡੇ ਨਾਲ ਨੇ ਵਰਿੰਦਰ ਸਿੰਘ ਬਾਜਵਾ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਹੁਣ ਉਹ ਕਿਵੇਂ ਦੇਖਦੇ ਨੇ ਇਸ ਘਟਨਾ ਨੂੰ, ਕਿਉਂਕਿ 26 ਜਨਵਰੀ ਤੋਂ ਬਾਅਦ ਜਦੋਂ ਦੀਪ ਸਿੱਧੂ ਦੇ ਉੱਤੇ ਜਿਹੜਾ ਸਾਰਾ ਮਾਮਲਾ ਆ, ਦੀਪ ਸਿੱਧੂ ਦੇ ਜਿਹੜਾ ਗਲ ਪਾ ਦਿੱਤਾ ਜਾਂਦਾ ਆ ਜਾਂ ਦੀਪ ਸਿੱਧੂ ਨੂੰ ਉਸ ਦੇ ਵਿੱਚ ਜਿਹੜਾ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਦੀਪ ਸਿੱਧੂ ਦੇ ਨਾਲ ਸਭ ਤੋਂ ਪਹਿਲੀ ਜਿਹੜੀ ਕਤਾਰ ਦੇ ਵਿੱਚ ਜਿਹੜੇ ਨੌਜਵਾਨ ਖੜੇ ਸੀ, ਤਾਂ ਸਭ ਤੋਂ ਮੂਹਰੇ ਵਰਿੰਦਰ ਸਿੰਘ ਬਾਜਵਾ ਦਾ ਨਾਮ ਆਉਂਦਾ ਆ। ਗੱਲਬਾਤ ਕਰਦੇ ਹਾਂ ਬਾਈ ਜੀ, ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਦਿੱਲੀ ਜਿਹੜਾ ਲਾਲ ਕਿਲ੍ਹੇ ਦੇ ਉੱਤੇ ਕਿਸਾਨੀ ਝੰਡਾ ਅਤੇ ਕੇਸਰੀ ਝੰਡਾ ਝੁੱਲਿਆ, ਉਹਨੂੰ ਸਾਲ ਹੋ ਗਿਆ। ਤਾਂ 1 ਸਾਲ ਬਾਅਦ ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਕਿ 1 ਸਾਲ ਪਹਿਲਾਂ ਗੱਲਾਂ ਕੁਝ ਹੋਰ ਸਨ, ਅੱਜ ਗੱਲਾਂ ਕੁਝ ਹੋਰ ਹੋ ਗਈਆਂ? ਜਦੋਂ ਅਸੀਂ ਲਾਲ ਕਿਲ੍ਹੇ ਵੱਲ ਵੱਧ ਰਹੇ ਸੀਗੇ, ਕੇਸਰੀ ਨਿਸ਼ਾਨ ਸਾਹਿਬ ਅਸੀਂ ਖਾਲੀ ਪੌਲਾਂ ਦੇ ਉੱਪਰ ਜਾ ਕੇ ਗੱਡੇ, ਜਿਹੜਾ ਅਸੀਂ ਉਦੋਂ ਮਾਹੌਲ ਦੇਖ ਰਹੇ ਸੀ ਕਿ ਸ਼ਾਇਦ ਪੰਜਾਬ ਦਾ ਕੁਛ ਨਾ ਕੁਛ ਅੱਜ ਪੁਰਾਣਾ ਜਿਹੜਾ ਸੰਤਾਂ ਵਾਲਾ ਦੌਰ ਸੀਗਾ, ਜਿਹੜਾ ਜਵਾਨੀ ਨੂੰ ਬਚਾਉਣ ਦੀ, ਨਸ਼ੇ ਤੋਂ ਦੂਰ ਕਰਨ ਦੀ ਗੱਲਾਂ ਜਿਹੜੀਆਂ ਹੁੰਦੀਆਂ ਸੀ, ਸ਼ਾਇਦ ਉਹ ਸਮਾਜ ਦੁਆਰਾ ਸਿਰਜਿਆ ਜਾਂਦਾ ਪੰਜਾਬ ਦੇ ਵਿੱਚ। ਪਰ ਅੱਜ ਅਸੀਂ ਦੇਖਦੇ ਹਾਂ ਕਿ ਜਿਹੜਾ ਉਹ ਜੋਸ਼ ਲੋਕਾਂ ਦੇ ਵਿੱਚ ਅਤੇ ਜਿਹੜਾ ਉਹ ਹੜ੍ਹ ਸੀ ਨੌਜਵਾਨਾਂ ਦਾ, ਉਹ ਉਸ ਨੂੰ ਕਿਸੇ ਕੰਢੇ 'ਤੇ ਨਹੀਂ ਲਾਇਆ ਗਿਆ। ਸਾਡੇ ਗੱਦਾਰ ਲੀਡਰਾਂ ਨੇ ਸਾਨੂੰ ਗੱਦਾਰ ਬਣਾ ਕੇ ਅਤੇ ਆਪ ਸਰਕਾਰ ਦੀਆਂ ਝੋਲਾਂ 'ਚ ਗਿਰ ਕੇ ਅਤੇ ਸਾਨੂੰ ਬਦਨਾਮ ਕੀਤਾ। ਈਵਨ ਅੱਜ ਤੱਕ ਅਸੀਂ ਦੇਖਦੇ ਹਾਂ, ਜਿੱਥੇ ਅਸੀਂ ਪਿਛਲੇ ਸਾਲ 26 ਨੂੰ ਖੜ੍ਹੇ ਸੀ, ਅੱਜ ਵੀ ਅਸੀਂ ਉੱਥੇ ਹੀ ਖੜ੍ਹੇ ਹਾਂ, ਕੁਛ ਨਹੀਂ ਬਦਲਿਆ ਜੀ। ਜਿਵੇਂ ਤੁਸੀਂ ਆਖਿਆ ਕਿ ਕੁਝ ਨਹੀਂ ਬਦਲਿਆ, ਪਰ ਜਿਵੇਂ ਉਹ ਜਿਹੜੀ ਘਟਨਾ ਵਾਪਰੀ, ਜੋ ਵੀ ਉਸ ਦਿਨ ਹੋਇਆ, ਤੁਸੀਂ ਵੀ ਉੱਥੇ ਮੌਜੂਦ ਸੀ, ਪੰਜਾਬ ਦੇ ਸਾਰੇ ਮੀਡੀਆ ਨੇ, ਇੰਟਰਨੈਸ਼ਨਲ ਮੀਡੀਆ ਨੇ ਉਸ ਚੀਜ਼ ਨੂੰ ਕਵਰ ਕੀਤਾ, ਬਹੁਤ ਸਾਰੇ ਲੋਕ ਉੱਥੇ ਤੱਕ ਪਹੁੰਚੇ, ਕਈ ਕਿਸਾਨ ਆਗੂਆਂ ਦਾ ਵੀ ਕਹਿ ਰਹੇ ਜਾ ਰਹੇ ਸੀ ਕਿ ਮੂੰਹ ਬੰਨ੍ਹ ਕੇ ਉੱਥੇ ਪਹੁੰਚੇ। ਤੁਹਾਨੂੰ ਉਸ ਘਟਨਾ ਬਾਰੇ ਕੀ ਲੱਗਦਾ ਹੈ ਕਿ ਉਹ ਘਟਨਾ ਸਹੀ ਸੀ ਜਾਂ ਬਹੁਤ ਲੋਕ ਉਸ ਦਾ ਗਲਤ ਤਰਕ ਵੀ ਉਸ ਵੇਲੇ ਤਰਕ ਦਿੱਤੇ ਜਾ ਰਹੇ ਸੀ ਕਿ ਗਲਤ ਹੋ ਗਿਆ, ਪਰ ਅੱਜ ਦੇਖਦੇ ਹਾਂ ਕਿ ਅੱਜ ਬਹੁਮਤ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਨਹੀਂ, ਕੁਝ ਵੀ ਗਲਤ ਨਹੀਂ ਹੋਇਆ? ਬਾਈ ਜੀ, ਉਹ ਘਟਨਾ ਨਹੀਂ, ਪਹਿਲੀ ਗੱਲ ਤਾਂ ਉਹ ਘਟਨਾ ਨਹੀਂ ਸੀ, ਉਹ ਤਾਂ ਇੱਕ ਨੌਜਵਾਨਾਂ ਦਾ ਰੋਹ ਸੀ, ਇੱਕ ਜੋਸ਼ ਸੀ, ਜਿਹੜਾ ਕਿ ਸਾਨੂੰ ਸਿਰਫ ਕੇਸਰੀ ਨਿਸ਼ਾਨਾਂ ਤੋਂ ਹੀ ਮਿਲਦਾ ਆ। ਜੇ ਚਾਈਨਾ ਦੇ ਬਾਰਡਰਾਂ 'ਤੇ ਜਾ ਕੇ ਕੇਸਰੀ ਨਿਸ਼ਾਨ ਸਾਹਿਬ ਗੱਡੇ ਜਾ ਸਕਦੇ ਨੇ, ਤਾਂ ਇਹ ਤਾਂ ਫਿਰ ਜੇ ਸਾਨੂੰ ਆਪਣੇ ਦੇਸ਼ ਦਾ ਸਾਨੂੰ ਹਿੱਸਾ ਮੰਨਦੇ ਆ ਪੰਜਾਬ ਨੂੰ, ਤਾਂ ਫਿਰ ਤਾਂ ਅਸੀਂ ਖਾਲੀ ਪੋਲਾਂ ਦੇ ਉੱਤੇ ਝੰਡੇ ਗੱਡੇ, ਤਾਂ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਆ। ਇਹਦੇ ਵਿੱਚ ਲੀਡਰਾਂ ਨੇ ਹੀ ਕਿਹਾ ਕਿ ਲਾਲ ਕਿਲ੍ਹੇ ਦੇ ਨਾਲ ਇੱਕ ਪਾਸੇ ਟਰੈਕਟਰ ਚੱਲੂਗਾ, ਇੱਕ ਪਾਸੇ ਸਾਡਾ ਟਰੈਕਟਰ ਚੱਲੂਗਾ, ਇੱਕ ਪਾਸੇ ਟੈਂਕ ਚੱਲੂਗਾ, ਤਾਂ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ। ਬਟ ਇਹਨਾਂ ਨੇ ਪੈਰ ਪਿੱਛੇ ਖਿੱਚੇ ਆ। ਅੱਜ 1 ਸਾਲ ਹੋ ਗਿਆ ਇਹਨਾਂ ਗੱਲਾਂ ਨੂੰ। ਤੁਸੀਂ ਦੇਖੋ ਕਿ ਉਹੀ ਗੱਲ ਹੋ ਗਈ ਕਿ ਬਿੱਲੀਆਂ ਜਿਹੜੀਆਂ ਆ ਉਹ ਥੈਲਿਆਂ 'ਚੋਂ ਬਾਹਰ ਨੂੰ ਆ ਰਹੀਆਂ ਨੇ, ਇਲੈਕਸ਼ਨਾਂ ਦਾ ਦੌਰ ਆ ਗਿਆ। ਮੁੱਖ ਦੀ ਗੱਲ ਆਪਾਂ ਇਹ ਮੰਗਾਈਏ ਕਿ ਸਭ ਨੂੰ ਆਪਦੀ ਪਈ ਆ, ਆਪਦੀ ਕੁਰਸੀ ਦੀ ਪਈ ਆ। ਈਵਨ ਪੰਜਾਬ ਨਾਲ ਕਿਸੇ ਨੂੰ ਦਿਲੋਂ ਪਿਆਰ ਨਹੀਂ ਹੈ। 1 ਵਾਰ ਨਹੀਂ, 2 ਵਾਰ ਨਹੀਂ, ਪਿਛਲੇ 5 ਸਾਲਾਂ ਦੇ ਵਿੱਚ ਵੀ ਜਦੋਂ ਆਮ ਆਦਮੀ ਪਾਰਟੀ ਆਈ ਸੀ ਪੰਜਾਬ ਦੇ ਵਿੱਚ, ਤਾਂ NRIਆਂ ਨੇ ਹੜ੍ਹ ਵਾਂਗੂ ਪੈਸਾ ਬਹਾਇਆ, ਪਰ ਉਹ ਕੀ ਕੀਤਾ ਗਿਆ? ਉਹ ਕਿਸੇ ਕਿਨਾਰੇ ਨਹੀਂ ਲੱਗਿਆ। ਅਤੇ ਅੱਜ ਵੀ ਪੰਜਾਬ ਨਸ਼ੇ ਦੀ ਮਾਰ ਹੇਠਾਂ ਮਰ ਰਿਹਾ। ਪੰਜਾਬ ਦੇ ਪਾਣੀ ਸਿੱਧੇ ਦਿੱਲੀ ਨੂੰ ਜਾਂ ਹੋਰਨਾਂ ਸਟੇਟਾਂ 'ਚ, ਬਟ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਹਾਰਾ ਨਹੀਂ, ਨਾ ਤਾਂ ਕਿਸੇ ਪੋਲੀਟੀਕਲ ਪਾਰਟੀ ਵੱਲੋਂ, ਅਤੇ ਨਾ ਜਿਹੜਾ ਉੱਠਦਾ ਹੈ ਉਹਨਾਂ ਨੂੰ ਜੇਲ੍ਹਾਂ 'ਚ ਧੱਕਦੇ ਆ। ਹੁਣ ਅਸੀਂ ਇਹ ਤੁਹਾਡੇ ਮੀਡੀਆ ਰਾਹੀਂ ਆਪਣੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ, NRI ਵੀਰਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਆਪਣੀ ਭਾਸ਼ਾ ਨੂੰ, ਪਹਿਲੀ ਤਾਂ ਆਪਣੀ ਭਾਸ਼ਾ ਨੂੰ ਬਚਾ ਕੇ ਰੱਖੋ। ਆਪਾਂ ਬਾਹਰ ਚਲੇ ਜਾਂਦੇ ਹਾਂ, 20-25 ਸਾਲ ਦੇ ਵਿੱਚ ਆਪਾਂ 10 ਜਾਂ 15 ਗੇੜੇ ਪੰਜਾਬ ਮਾਰਨੇ ਹੁੰਦੇ ਨੇ। ਜਿਹੜੇ ਆਪਣੇ ਬੱਚੇ ਆ ਉੱਥੇ ਵੀ, ਉਹ ਵੀ ਆਪਣੇ ਪੰਜਾਬੀ ਤੋਂ ਦੂਰ ਨੇ। ਆਪਾਂ ਪੰਜਾਬੀ 'ਚ ਗੱਲ ਕਰਦੇ ਹਾਂ, ਇੰਗਲਿਸ਼ 'ਚ ਗੱਲ ਕਰਦੇ ਨੇ। ਆਪਣੀ ਭਾਸ਼ਾ ਮਰ ਰਹੀ ਹੈ, ਨੌਜਵਾਨੀ ਇੱਥੇ ਰਹਿ ਗਈ ਹੈ, ਨਸ਼ੇ 'ਚ ਮਰ ਰਹੀ ਹੈ, ਜਾਂ ਜਿਹੜਾ ਕੋਈ ਬੋਲਦਾ ਹੈ ਉਹ ਜੇਲ੍ਹਾਂ 'ਚ ਜਾ ਰਿਹਾ। ਪੰਜਾਬ ਦਾ ਕੋਈ ਬੁਰਾ ਹਾਲ ਹੈ ਜਮਾਂ। ਤਾਂ ਜਿਹੜੇ ਪੰਜਾਬ ਦੀਆਂ ਸਿਆਸੀ ਲੀਡਰ ਨੇ, ਬਹੁਤ ਸਾਰੇ ਸਿਆਸੀ ਲੀਡਰ ਨੇ, ਉਹਨਾਂ ਨੇ ਕਿਹਾ ਕਿ ਤਿਰੰਗੇ ਦਾ ਅਪਮਾਨ ਹੋ ਗਿਆ। ਭਗਵੰਤ ਮਾਨ ਦਾ ਵੀ ਬਿਆਨ ਸੀ, ਆਮ ਆਦਮੀ ਪਾਰਟੀ ਕਹਿੰਦੇ ਕਿ ਅਸੀਂ ਪੰਜਾਬ ਦੀ ਨੁਹਾਰ ਬਦਲ ਦਾਂਗੇ, ਪੰਜਾਬ ਹਿਤੈਸ਼ੀ ਆ, ਪਰ ਉਹਨਾਂ ਨੇ ਵੀ ਕਿਹਾ ਕਿ ਉੱਥੇ ਤਿਰੰਗੇ ਦਾ ਅਪਮਾਨ ਹੋਇਆ। ਕੀ ਇਹ ਤਿਰੰਗੇ ਦਾ ਅਪਮਾਨ ਹੋਇਆ ਸੀ ਉੱਥੇ? ਦੇਖੋ ਜੀ, ਸੱਚ ਬੋਲਾਂ ਤਾਂ ਭਾਂਬੜ ਮੱਚਦਾ,
ਨਾ ਬੋਲਾਂ ਤਾਂ ਮਰਦਾ। ਇਹਦੇ ਨਾਲੋਂ ਚੰਗਾ ਇਹੀ ਹੈ ਕਿ ਆਪਾਂ ਸੱਚ ਬੋਲ ਕੇ ਹੀ ਮਰ ਜਾਈਏ ਤਾਂ ਵਧੀਆ ਗੱਲ ਹੈ। ਜੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਤਾਂ ਕੀ ਸਟੈਂਡ ਰਹਿ ਗਿਆ ਆ ਪ੍ਰੋਫੈਸਰ ਭੁੱਲਰ ਸਾਹਿਬ ਦੇ ਹੱਕ ਦੇ ਵਿੱਚ ਕੇਜਰੀਵਾਲ ਦਾ, ਤੇ ਕੁਝ ਵੀ ਨਹੀਂ ਬਦਲਿਆ। ਇਹ RSS ਦੀ B ਟੀਮ ਹੈ ਆਮ ਆਦਮੀ ਪਾਰਟੀ। ਇਹਨੇ ਤਾਂ ਇੰਨਾ ਵੱਡਾ ਨੁਕਸਾਨ ਕਰਨਾ ਪੰਜਾਬ ਨੂੰ ਜਿੰਨਾ ਕਿ ਕਿਸੇ ਪਾਰਟੀ ਨੇ ਨਹੀਂ ਕਰਿਆ ਹੋਊਗਾ। ਕੇਜਰੀਵਾਲ ਗੱਲਾਂ ਕਰਦਾ ਆ ਮੈਂ ਜਿਹੜੇ ਝੁੱਗੀਆਂ ਝੋਂਪੜੀਆਂ ਵਾਲੇ ਉਹ ਵੀ ਪਿੰਡਾਂ ਦੇ ਵਿੱਚ ਵਸਾਊਂਗਾ। ਬਾਈ ਜੀ ਆਪਣੇ ਹੀ 10-10 ਕਿੱਲੇ ਇਹਨਾਂ ਨੇ ਲੈ ਕੇ ਵੱਖਰੇ ਪਿੰਡ ਵਸਾ ਦੇਣੇ ਆ। ਝੁੱਗੀਆਂ ਝੋਂਪੜਿਆਂ ਵਾਲੋਂ ਸਾਨੂੰ ਕਿਸੇ ਨਾਲ ਕੋਈ ਦਿੱਕਤ ਨਹੀਂ ਹੈ, ਪਰ ਜੇ ਪੰਜਾਬ ਦਾ ਬੰਦਾ ਕੋਈ ਬਾਹਰ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਤਾਂ ਅਸੀਂ ਆਪਦੇ ਦਿਲ ਦੇ ਉੱਤੇ ਅਸੀਂ ਕਿਸੇ ਨੂੰ ਕਿਉਂ ਬਿਠਾਈਏ। ਸਾਡਾ ਤਾਂ ਪਹਿਲਾਂ ਹੀ ਬੁਰਾ ਹਾਲ ਹੈ। ਸਾਡੇ ਖੇਤਾਂ ਦੇ ਵਿੱਚ ਆ ਕੇ ਸਾਡਾ ਮਿਕਸਅਪ ਕੀਤਾ ਜਾਊਗਾ, ਲੋਕ ਬਾੜੇ ਜਾਣਗੇ, ਸਾਡੀਆਂ ਭਾਸ਼ਾ 'ਤੇ ਹਮਲਾ ਕੀਤਾ ਜਾ ਰਿਹਾ ਹੈ। ਹਾਂਜੀ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਜਾਂ ਹੋਰ ਵੀ ਕਈ ਕਿਸਾਨ ਆਗੂਆਂ ਨੇ ਸਟੇਜ ਤੋਂ ਖੜ ਕੇ ਦੀਪ ਸਿੱਧੂ ਜਾਂ ਲੱਖੇ ਵਰਗੇ ਨੌਜਵਾਨਾਂ ਨੂੰ ਗਦਾਰ ਆਖਿਆ ਸੀ। ਤੁਸੀਂ ਉਸ ਵੇਲੇ ਦੀਪ ਸਿੱਧੂ ਦੇ ਨਾਲ ਰਹੇ ਤਾਂ ਉਸ ਵੇਲੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਸਿਰਜਿਆ ਗਿਆ ਸੀ ਕਿ ਸ਼ਾਇਦ ਪਤਾ ਨਹੀਂ ਕੀ ਬਹੁਤ ਵੱਡਾ ਕਾਰਾ ਕਰਤਾ। ਅੱਜ ਹਾਲਾਤ ਬਦਲ ਗਏ ਨੇ। ਦੀਪ ਸਿੱਧੂ ਅੱਜ ਰਾਜਨੀਤੀ ਤੋਂ ਬਾਹਰ ਨੇ, ਬਲਬੀਰ ਸਿੰਘ ਰਾਜੇਵਾਲ ਰਾਜਨੀਤੀ ਦੇ ਵਿੱਚ ਆ ਚੁੱਕੇ ਨੇ। ਤਾਂ ਉਸ ਦੋਨੇ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ? ਉੱਥੇ ਬੋਲਿਆ ਗਿਆ, ਉਰੇ ਹੁਣ ਰਾਜਨੀਤੀ ਦੇ ਵਿੱਚ ਆ ਗਏ। ਦੇਖੋ ਇਹ ਪਹਿਲਾਂ ਇਹ ਕਹਿੰਦੇ ਸੀਗੇ ਕਿ ਇਹ ਸਾਡੇ ਮੁੰਡੇ ਆ ਜਿਹੜੇ RSS ਦੇ ਨਾਲ ਮਿਲੇ ਹੋਏ ਨੇ, ਸਿਆਸਤ ਕਰਨਗੇ। ਸਿਆਸਤ ਹੁਣ ਇਹ ਰਾਜੇਵਾਲ ਸਾਹਿਬ ਕਰ ਰਹੇ ਨੇ। ਸਾਡਾ ਹੀ ਹਲਕਾ ਆ ਸਮਰਾਲਾ ਹਲਕਾ। ਸਮਰਾਲੇ ਹਲਕੇ ਤੋਂ ਰਾਜੇਵਾਲ ਸਾਹਿਬ ਨੇ ਟਿਕਟ ਲਈ ਹੈ। ਪਰ ਮੈਂ ਰਾਜੇਵਾਲ ਸਾਹਿਬ ਨੂੰ ਇੱਕ ਕਹਿਣਾ ਚਾਹੁੰਦਾ ਆ, ਰਾਜੇਵਾਲ ਸਾਹਿਬ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਜਾਣਾ ਆ ਨਾ ਤਾਂ ਲੋਕਾਂ ਨੇ ਤੁਹਾਨੂੰ ਪੁੱਛਣਾ ਜ਼ਰੂਰ ਹੈ ਕਿ ਕੇਸਰੀ ਨਿਸ਼ਾਨ ਸਾਹਿਬ ਤੋਂ ਤੁਹਾਨੂੰ ਇੰਨਾ ਡਰ ਕਿਉਂ ਲੱਗਦਾ ਸੀ। ਇਹ ਸੱਚੀ ਹੈ ਗੱਲ। ਹੁਣ ਉਹ ਕਹਿ ਰਹੇ ਨੇ ਕਿ ਵੀ ਪੰਥ, ਪੰਜਾਬ, ਸਿੱਖ ਕੌਮ ਮੈਨੂੰ ਵੋਟਾਂ ਪਾਵੇ। ਦੇਖੋ ਬਾਈ ਜੀ, ਜਿਹੜਾ ਬੰਦਾ ਰਾਜਨੀਤੀ ਦੇ ਵਿੱਚ ਵੜ ਗਿਆ, ਰਾਜਨੀਤੀ ਦਾ ਸਰਕਲ ਇੰਨਾ ਗੰਦਾ ਹੋ ਚੁੱਕਿਆ ਕਿ ਹਰ ਬੰਦਾ ਸਿਰਫ ਕੈਮਰੇ ਦੇ ਮੂਹਰੇ ਹੋਰ, ਮੂੰਹ ਤੇ ਕੁਝ ਹੋਰ, ਇਹ ਸਿਸਟਮ ਹੋ ਚੁੱਕਿਆ ਆ। ਜੇ ਰਾਜਨੀਤੀ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਕੋਈ ਸਟੈਂਡ ਲੈ ਕੇ ਬੰਦਾ ਬੈਠਾ ਤਾਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਜਿਨ੍ਹਾਂ ਦੇ ਕੈਂਡੀਡੇਟ ਆਪਣੇ ਹਲਕੇ ਤੋਂ ਵਰਿੰਦਰ ਸਿੰਘ ਸੇਖੋਂ, ਅਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਹਾਂ। ਅਸੀਂ ਪਿੰਡ ਜਾ ਕੇ ਕੈਂਪੇਨ ਵੀ ਕਰਦੇ ਹਾਂ ਤੇ ਅਸੀਂ ਇਹੀ ਗੱਲ ਕਹਿੰਦੇ ਹਾਂ ਕਿ ਅਸੀਂ ਤੁਹਾਡੇ ਤੋਂ ਵੋਟ ਨਹੀਂ ਮੰਗਦੇ, ਆਪਦੇ ਵਿਚਾਰ ਰੱਖਦੇ ਹਾਂ, ਤੁਸੀਂ ਸਭ ਤੇ ਰੱਖੋ। ਤੇ ਬਾਕੀ ਰਾਜੇਵਾਲ ਸਾਹਿਬ ਵਾਂਗੂ ਤਾਂ ਸਾਡੇ ਕੋਲ ਤਾਂ ਰੀਸਾਂ ਹੋਣੀਆਂ ਨਹੀਂ। ਉਹਨਾਂ ਨੇ ਤਾਂ ਪੰਡਾਂ ਭਰ ਲੀਆਂ ਪੈਸਿਆਂ ਦੀਆਂ। ਹਾਂਜੀ, ਜਿਸ ਢੰਗ ਦੇ ਨਾਲ ਸਿਆਸੀ ਲੀਡਰ ਨੇ ਆਖਿਆ ਸੀ ਕਿ ਪਰਚੇ ਰੱਦ ਕਰਾਵਾਂਗੇ, ਕਿਸਾਨੀ ਬਿੱਲ ਰੱਦ ਹੋ ਚੁੱਕੇ ਨੇ, ਪਰਚੇ ਵੀ ਰੱਦ, ਉਹ ਪਰਚੇ ਰੱਦ ਹੋਏ ਨੇ ਜਾਂ ਜਿਹੜੇ 26 ਨੂੰ ਨੌਜਵਾਨਾਂ ਦੇ ਉੱਤੇ ਪਰਚੇ ਪਾਏ ਗਏ ਸੀ ਉਹਨਾਂ ਦਾ ਕੀ ਬਣਿਆ? ਜਾਂ ਜਿਹੜੇ ਨੌਜਵਾਨ ਮੂਹਰੇ ਹੋ ਕੇ ਮੂਹਰਲੀ ਕਤਾਰ ਦੇ ਵਿੱਚ ਕਹੇ ਸੀ ਕਿ ਹਾਂ ਅਸੀਂ ਇਸ ਅੰਦੋਲਨ ਦੀ ਜਿਹੜੀ ਕੰਧ ਦਾ ਕੰਮ ਕਰਾਂਗੇ? ਦੇਖੋ ਪਰਚੇ ਤਾਂ ਜਦ ਕਿਹਾ ਗਿਆ ਸੀਗਾ ਕਿ ਜਿਹੜੇ 3 ਕਾਲੇ ਕਾਨੂੰਨ ਆ ਇਹ ਵਾਪਸ ਲਏ ਤਾਂ ਜਿਹੜੇ ਪਰਚੇ ਉਹ ਵੀ ਲਏ ਜਾਣਗੇ। ਬਟ ਤੁਸੀਂ ਵੀ ਮੀਡੀਆ ਦੇ ਵਿੱਚ ਹਜੇ ਤੱਕ ਤਾਂ ਕਿਸੇ ਦੇ ਕੋਈ ਪਰਚੇ ਜਿਹੜੇ ਉਹ ਵਾਪਸ ਨਹੀਂ ਲਏ ਗਏ, ਨਾ ਦੀਪ ਦੇ, ਨਾ ਕਿਸੇ ਹੋਰ ਦੇ, ਕਿਸੇ ਦੇ ਵੀ ਨਹੀਂ ਲਏ ਗਏ। ਕਹਿਣ ਦੀਆਂ ਗੱਲਾਂ ਨੇ, ਅਫਵਾਹਾਂ ਜਿੰਨੀਆਂ ਮਰਜ਼ੀ। ਹਾਂਜੀ, ਠੱਗਿਆ ਮਹਿਸੂਸ ਕਰਦੇ ਹੋ? ਠੱਗਿਆ ਕੀ, ਜੇ ਲੁੱਟੇ ਮਹਿਸੂਸ ਕਰਦੇ ਆ, ਚਾਹੇ ਮੋਨੇ ਆ, ਚਾਹੇ ਜਿੱਦਾਂ ਦੇ ਮਰਜ਼ੀ ਆ, ਗਲਤ ਆ, ਜੋ ਮਰਜ਼ੀ ਆ, ਪਰ ਜਦੋਂ ਗੱਲ ਆਪਣੇ ਪੰਜਾਬ ਦੀ ਆਉਂਦੀ ਆ ਉਦੋਂ ਕਿਤੇ ਨਾ ਕਿਤੇ ਫਿਰ ਸੰਤਾਂ ਦੀ ਯਾਦ ਤਾਂ ਆਉਂਦੀ ਹੈ। ਹਾਂਜੀ, ਵਰਿੰਦਰ ਬਾਜਵਾ, ਤੁਸੀਂ ਉਹਨਾਂ ਨੌਜਵਾਨਾਂ ਚੋਂ ਜਿਨ੍ਹਾਂ ਨੇ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਸਭ ਤੋਂ ਪਹਿਲਾਂ ਆ ਕੇ ਕਿਹਾ ਸੀਗਾ ਕਿ ਕੁਝ ਗਲਤ ਨਹੀਂ ਹੋਇਆ, ਦੀਪ ਸਿੱਧੂ ਨੇ ਕੁਝ ਗਲਤ ਨਹੀਂ ਕੀਤਾ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਤਾਂ ਅੱਜ ਸਾਲ ਦੇ ਬਾਅਦ ਹਾਲਾਤ ਕਾਫੀ ਬਦਲੇ, ਬਹੁਤ ਲੋਕਾਂ ਨੇ ਇਸ ਗੱਲ ਨੂੰ ਹੁਣ ਐਗਰੀ ਕੀਤਾ ਹੈ ਕਿ ਹਾਂ ਕਿ ਉਸ ਦਿਨ ਕੁਝ ਗਲਤ ਨਹੀਂ ਹੋਇਆ ਸੀ। ਜੇਕਰ ਸਿੱਖ ਭਾਰਤ ਦਾ ਹਿੱਸਾ ਨੇ ਤਾਂ ਇੱਕ ਭਾਰਤ ਦੀ ਇੱਕ ਪ੍ਰਾਪਰਟੀ ਦੇ ਉੱਤੇ ਸਿੱਖਾਂ ਦਾ ਜੇ ਝੰਡਾ ਝੂਲ ਵੀ ਜਾਂਦਾ ਤਾਂ ਕਿ ਕਹਿਰ ਵਾਪਰ ਜਾਂਦਾ। ਪਰ ਉਸ ਦਿਨ 27 ਦੀ ਸਟੇਜ ਦੇ ਉੱਤੇ ਆਪਣਿਆਂ ਨੇ ਹੀ ਗਦਾਰ ਰੱਖਤਾ ਤਾਂ ਕਿ ਸਾਡੇ ਮੁੰਡੇ ਹੀ ਨਹੀਂ ਮੰਨਿਆ ਕਿ ਚਲੋ ਜਿਹੜੇ ਸਿੰਘੂ ਬਾਰਡਰ ਵਾਲੇ ਨੇ ਉਹਨਾਂ ਨੂੰ ਤੁਸੀਂ ਜਾਂ ਦੀਪ ਸਿੱਧੂ ਵਰਗੇ ਨੌਜਵਾਨ ਤੁਸੀਂ ਲੈ ਗਏ, ਹੋਰ ਬਾਰਡਰਾਂ ਤੋਂ ਵੀ ਨੌਜਵਾਨ ਆਏ ਸੀ। ਹਾਂਜੀ, ਮੈਂ ਖੁਦ ਟਿਕਰੀ ਬਾਰਡਰ ਤੇ ਸੀਗਾ, ਮੇਰਾ ਗੇੜਾ ਵੱਜਦਾ ਹੁੰਦਾ ਸੀਗਾ ਸਿੰਘੂ ਬਾਰਡਰ ਤੇ। ਮੈਂ ਦੀਪ ਵੀ ਕਈ ਵਾਰੀ ਟਿਕਰੀ ਬਾਰਡਰ ਤੇ ਹੁੰਦਾ ਸੀ, ਮਿਲਦੇ ਸੀਗੇ। ਜਿਹੜੀ ਤੁਸੀਂ ਗੱਲ ਕਰੀ ਹੈ ਨਾ ਕੇਸਰੀ ਨਿਸ਼ਾਨ ਦੀ, ਤੇ ਜਾਂ ਇਹ ਸਾਨੂੰ ਆਪਦਾ ਹਿੱਸਾ ਮੰਨਦੇ ਆ ਜਾਂ ਨਹੀਂ ਹਿੰਦੁਸਤਾਨ। ਚੱਕਰ ਬਾਈ ਜੀ ਆਏ ਆ, ਇੱਕ ਘਰ ਦੇ ਵਿੱਚ ਆਪਾਂ ਰਹਿੰਦੇ ਹਾਂ, ਜੇ ਆਪਾਂ ਨੂੰ ਕੋਈ ਤੰਗੇ ਕਰੀ ਜਾਂਦਾ ਤਾਂ ਫਿਰ ਆਪਾਂ ਕਹਿੰਦੇ ਨਹੀਂ ਕਿ ਆਪਦੇ ਘਰੇ ਰਹਿੰਦੇ ਹਾਂ ਅਸੀਂ, ਚਾਹੇ ਭੁੱਖੇ ਮਰੀਏ, ਅਲੱਗ ਹੋ ਜਾਈਏ। ਇਹ ਕੋਈ ਰੱਬ ਦੀਆਂ ਲਿਖੀਆਂ ਤਕਦੀਰਾਂ ਨਹੀਂ ਹੈ ਕਿ ਜਿਹੜੀਆਂ ਬਾਉਂਡਰੀਆਂ ਰੱਬ ਨੇ ਬਣਾਤੀਆਂ ਆ ਤੇ ਇਹ ਕਦੇ ਮਿਟਣੀਆਂ ਨਹੀਂ ਹੈ। ਮੈਂ ਗੱਲ ਖਾਲਿਸਤਾਨ ਦੀ ਨਹੀਂ ਕਰਦਾ, ਮੈਂ ਸਿਰਫ ਸਮਝਾਉਣ ਦੀ ਗੱਲ ਕਰਦਾ ਕਿ ਖਾਲਿਸਤਾਨ ਵੀ ਗਲਤ ਨਹੀਂ ਹੈ ਜਿੱਥੇ ਸਾਨੂੰ ਇਹ ਧੂੰਦੇ ਆ ਕਿ ਤੁਸੀਂ ਖਾਲਿਸਤਾਨੀ ਹੋ। ਹਾਂ, ਜੇ ਤੁਸੀਂ ਸਾਨੂੰ ਤੰਗ ਕਰਦੇ ਹੋ ਤਾਂ ਯਾਰ ਸਾਨੂੰ ਫਿਰ ਅਲੱਗ ਕਰ ਦਿਓ। ਜਿਹੜੀਆਂ ਇਹ ਬਾਉਂਡਰੀਆਂ ਨੇ ਕੁਦਰਤ ਦੀਆਂ ਬੱਜੀਆਂ ਹੋਈਆਂ ਤਾਂ ਹੈ ਨਹੀਂ ਗੀਆਂ, ਇਹ ਇਨਸਾਨਾਂ ਦੀਆਂ ਬਣਾਈਆਂ ਹੋਈਆਂ ਨੇ। ਇਹਨੂੰ ਕਦੇ ਵੀ ਤੋੜਿਆ ਜਾ ਸਕਦਾ ਤੇ ਕਦੇ ਵੀ ਇਹਨੂੰ ਕਿਸੇ ਵੀ ਸ਼ਕਲ ਦੇ ਵਿੱਚ ਕਰਿਆ ਜਾ ਸਕਦਾ। 26 ਨੂੰ ਤੁਹਾਨੂੰ ਬਿਨਾਂ ਨਿਸ਼ਾਨ ਸਾਹਿਬਾਂ ਤੋਂ ਜਾਣ ਨੂੰ ਕਿਹਾ ਜਾਂਦਾ, ਤੁਸੀਂ ਜਾਂਦੇ? ਕਦੇ ਵੀ ਨਾ ਜਾਂਦੇ ਜੀ। ਅਸੀਂ ਉਹ ਬੰਦੇ ਨਹੀਂ ਹੈਗੇ, ਅਸੀਂ ਸਤਿਕਾਰ ਕਰਦੇ ਹਾਂ ਚਲੋ ਹਰੇਕ ਦਾ, ਬਟ ਅਸੀਂ ਹਰੀ ਝੰਡੀ ਥੱਲੇ ਲਾਲ ਝੰਡੀ ਵਾਲੇ ਬੰਦੇ ਹੈ ਨਹੀਂਗੇ। ਅਸੀਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਹਾਂ ਤੇ ਅਸੀਂ ਕੇਸਰੀ ਨਿਸ਼ਾਨਾਂ ਥੱਲੇ ਰਹਾਂਗੇ, ਚਾਹੇ ਅਸੀਂ ਪਤਿਤ ਹਾਂ,
ਜੋ ਮਰਜ਼ੀਆਂ ਜਿਵੇਂ ਦੇ ਮਰਜ਼ੀਆਂ ਜੋ ਮਰਜ਼ੀ ਕੋਈ ਕਹੇ, ਅਸੀਂ ਆਪਦੇ ਨਿਸ਼ਾਨਾ ਥੱਲੇ ਹੀ ਰਹਾਂਗੇ ਜੀ। ਅੱਛਾ, ਉਸ ਗੱਲਾਂ ਨੂੰ ਕਿਵੇਂ ਦੇਖਦੇ ਹੋ ਕਿ ਜੋ ਵਾਪਰਿਆ ਉਸ ਦਿਨ ਜੋ ਵਾਪਰਿਆ, ਨਵਰੀਤ ਦੇ ਗੋਲੀ ਲੱਗਦੀ ਹੈ, ਬਾਪੂ ਡੇਵਿਡ ਭਾਜੀ ਇਹ ਬਾਰ-ਬਾਰ ਕਹਿੰਦੇ ਨੇ ਕਿ ਨਵਰੀਤ ਦਿੱਲੀ ਪੁਲਿਸ ਦੀ ਗੋਲੀ ਦੇ ਨਾਲ ਸ਼ਹੀਦ ਹੋਇਆ, ਪਰ ਦਿੱਲੀ ਸਰਕਾਰ ਨੇ ਅੱਜ ਤੱਕ ਇਸ ਦੇ ਉੱਤੇ ਇੱਕ ਵੀ ਜਾਂਚ ਹੈ ਜਿਹੜੀ ਉਹ ਨਹੀਂ ਬਿਠਾਈ ਹੈ। ਉਹ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਇੱਕ ਪਾਸੇ ਤਾਂ ਕੇਜਰੀਵਾਲ ਸਰਕਾਰ ਕਹਿੰਦੀ ਸੀ ਕਿ ਅਸੀਂ ਅੰਦੋਲਨ ਦੇ ਨਾਲ ਖੜੇ ਹਾਂ, ਅੰਦੋਲਨ ਜਿੱਤੇ ਤੋਂ ਬਾਅਦ ਉਹਨਾਂ ਦੇ ਲੀਡਰਾਂ ਨੇ ਆ ਕੇ ਕਿਸਾਨਾਂ ਦੇ ਵਿੱਚ ਲੱਡੂ ਵੀ ਵੰਡੇ। ਦੂਸਰੇ ਪਾਸੇ ਜਦੋਂ ਪੰਜਾਬ ਦਾ ਇੱਕ ਨੌਜਵਾਨ ਦੀ ਇਸ ਢੰਗ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਉੱਤੇ ਕੋਈ ਜਾਂਚ ਹੈ ਜਿਹੜੀ ਉਹ ਨਹੀਂ ਬਿਠਾਈ ਜਾਂਦੀ। ਦੇਖੋ ਬਾਈ ਜੀ, ਗੱਲ ਐ ਆ, ਜਿਹੜੀ ਇਹ ਜਾਂਚ ਦੀ ਗੱਲ ਹੈ, ਜਿਹੜੇ ਸਾਡੇ ਵੀਰ ਦੇ ਨਵਰੀਤ ਦੇ ਗੋਲੀ ਵੱਜੀ ਤਾਂ ਉਹਦੇ ਮੌਕੇ ਤੇ ਜਿਹੜੇ ਸਾਡੇ 32 ਕਿਸਾਨ ਜਥੇਬੰਦੀ ਦੇ ਆਗੂ ਸੀਗੇ ਉਹਨਾਂ ਨੂੰ ਬਹੁਤ ਵੱਡਾ ਸਟੈਂਡ ਲੈਣਾ ਚਾਹੀਦਾ ਸੀ। ਉਹਨਾਂ ਨੇ ਨਵਰੀਤ ਨੂੰ ਸ਼ਹੀਦ ਵੀ ਨਹੀਂ ਮੰਨਿਆ। ਉਹ ਵੀ ਤੁਹਾਡੇ ਮੇਰੇ ਵਰਗਿਆਂ ਨੇ ਕਿਹਾ ਕਿ ਸਾਡਾ ਵੀਰ ਸ਼ਹੀਦ ਆ, ਮਤਲਬ ਉਹਨਾਂ ਨੂੰ ਸਾਡੇ ਤੱਕ ਕੋਈ ਮਤਲਬ ਨਹੀਂ ਸੀ। ਉਹਨਾਂ ਨੇ ਸਿਰਫ ਇੱਕ ਅੰਦੋਲਨ ਨੂੰ ਖਦੇੜਨਾ ਸੀਗਾ। ਕੱਢ ਕੇ ਰੱਖਤੀ ਨਾ ਦੀਪ ਨੇ ਐਡੀ ਵੱਡੀ ਚਿੱਠੀ ਰਾਜੇਵਾਲ ਦੀ ਸਾਰੀ। ਇਹਨਾਂ ਨੇ ਬੁੱਕਲ ਦੇ ਸੱਪ ਨੇ ਇਹ ਇਹਨਾਂ ਨੇ ਸਾਡੇ ਨੌਜਵਾਨਾਂ ਦੇ ਨਾਲ ਪਿਛਲੇ ਵੀ ਵੱਡੇ ਸੰਘਰਸ਼ਾਂ ਦੇ ਵਿੱਚ ਗੱਦਾਰੀਆਂ ਕੀਤੀਆਂ ਨੇ। ਜਿੰਨੇ ਮਰਜ਼ੀ ਖੂਨ ਆਪਾਂ ਡੋਲ ਦਈਏ ਪਰ ਇਹਨਾਂ ਨੇ ਸਾਨੂੰ ਕਦੇ ਗੱਲ ਨਾ ਨਹੀਂ ਲਾਉਣਾ ਜੀ। ਇਹ ਸਾਨੂੰ ਰਹਿ ਕੇ ਡੰਗ ਮਾਰਦੇ ਆ। ਹਾਂਜੀ। ਅੱਛਾ, ਉਸ ਦਿਨ ਜੋ ਵੀ ਘਟਨਾਕ੍ਰਮ ਵਾਪਰਿਆ, ਪੰਜਾਬ ਦੇ ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹ ਉੱਥੇ ਪਹੁੰਚਦੇ ਨੇ, ਤਾਂ ਉਸ ਤੋਂ ਪਹਿਲਾਂ ਦੇ ਜਿਹੜੇ ਜਿਸ ਤਰ੍ਹਾਂ ਦੇ ਕਿਆਸ ਰਜਾਈਆਂ ਲਗਾਈਆਂ ਜਾ ਰਹੀਆਂ ਸੀ, ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਸ ਗੱਲ ਦਾ ਕਦੋਂ ਪਤਾ ਲੱਗਿਆ ਕਿ ਰਿੰਗ ਰੋਡ ਤੇ ਨਹੀਂ ਜਾਣਾ, ਜਿਹੜਾ ਬਾਹਰੀ ਰੋਡ ਹੈ ਉਸ ਉੱਤੇ ਜਿਹੜਾ ਪ੍ਰਦਰਸ਼ਨ ਹੈ ਉਹ ਕਿਸਾਨਾਂ ਦਾ ਕੀਤਾ ਜਾਵੇ? ਦੇਖੋ ਜੀ, ਸਾਨੂੰ ਤਾਂ ਇੱਕ ਤਾਂ ਰੋਹ ਸੀਗਾ ਜਿਹੜਾ ਵੀ ਇਹ ਕਿੰਨੇ ਦਿਨਾਂ ਦਾ ਕਹਿੰਦੇ ਪਏ ਨੇ ਵੀ ਲਾਲ ਕਿਲੇ ਜਾਣਾ। ਹਰ ਇੱਕ ਦੇ ਦਿਮਾਗ ਦੇ ਵਿੱਚ ਇਹੀ ਬੜਿਆ ਹੋਇਆ ਸੀ ਕਿ ਲਾਲ ਕਿਲੇ ਹੀ ਜਾਣਾ ਆ। ਤੇ ਸਾਨੂੰ ਜਿਹੜੇ ਨੌਜਵਾਨਾਂ ਨੂੰ ਉੱਥੇ ਰੋਕਦੇ ਵੀ ਸੀਗੇ ਕਿ ਆਹ ਰੋਡ ਤੇ ਨਹੀਂ ਜਾਣਾ, ਇੱਥੇ ਜਾਣਾ ਆ, ਬਾਈ ਜੀ ਕੋਈ ਨਹੀਂ ਸੀ ਰੋਕਦਾ ਉਸ ਟਾਈਮ। ਇਹਨਾਂ ਨੇ ਇਹ ਵੀ ਗੱਲ ਕਿਹਾ ਸੀ ਕਿ 4 ਤੋਂ 5 ਤੋਂ ਵੱਧ ਬੰਦੇ ਜਿਹੜੇ ਆ ਟਰੈਕਟਰ ਦੇ ਉੱਤੇ ਜਾਣਗੇ, ਇਸ ਤੋਂ ਵੱਧ ਬੰਦਾ ਨਹੀਂ ਜਾਊਗਾ। ਅੱਛਾ, ਫਿਰ ਲੋਕਾਂ ਨੇ ਤਾਂ ਵੱਡੀਆਂ ਟਰਾਲੀਆਂ ਭਰ ਕੇ ਆਪਦਾ ਰਾਸ਼ਨ ਭਰ ਕੇ ਸਾਰਾ ਚਲੇ ਗਏ। ਅਸੀਂ ਖੁਦ 9:30 ਵਜੇ ਤੱਕ ਰਾਤਦੇ ਰਹੇ ਹਾਂ। ਇਹ ਸਭ ਇਹਨਾਂ ਦੀ ਬਿਆਨਬਾਜ਼ੀ ਹੈ, ਝੂਠੇ ਨੇ। ਵਲੰਟੀਅਰਾਂ ਦੀ ਕੋਈ ਟੀਮ ਉੱਥੇ ਨਹੀਂ ਸੀ ਜਿਹੜੀ ਕੰਪੇਨ ਕਰਦੀ ਹੈ, ਜਿਹੜੀ ਦੇਖਦੀ ਕਿ ਇਸ ਜਿਹੜੇ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਟਰੈਕਟਰ ਨੇ ਉਹਨਾਂ ਨੂੰ ਰੋਕਦੀ ਕਿ ਨਹੀਂ ਇਸ ਰੋਡ ਨਹੀਂ, ਆਪਾਂ ਨੂੰ ਰੋਡ ਆ ਜਿਹੜਾ ਇਸ ਢੰਗ ਨਾਲ ਮਿਲੇ, ਇੱਧਰ ਨੂੰ ਜਾਣਾ? ਕੋਈ ਵਲੰਟੀਅਰ ਨਹੀਂ ਸੀ ਬਾਈ ਜੀ? ਉਹਨਾਂ ਦਾ ਨਾਟਕ ਹੋ ਰਿਹਾ ਸੀ ਉੱਥੇ, ਲੱਖਾਂ ਦਾ ਇਕੱਠ ਤੇ 50-100 ਦੀ ਗਿਣਤੀ ਵਿੱਚ ਜਿਹੜੇ ਵਲੰਟੀਅਰ ਲੱਗੇ ਆ ਉਹ ਕਿਵੇਂ ਰੋਕ ਲੈਂਦੇ ਲੱਖਾਂ ਦੇ ਇਕੱਠ ਨੂੰ? ਲੋਕਾਂ ਦੇ ਵਿੱਚ ਗੁੱਸਾ ਬਹੁਤ ਸੀ, ਜੋਸ਼ ਬਹੁਤ ਸੀ, ਇੱਥੋਂ ਤੱਕ ਕਿ ਲੋਕਾਂ ਦੇ ਹੱਥਾਂ ਦੇ ਵਿੱਚ ਸ੍ਰੀ ਸਾਹਿਬਾਂ ਸੀਗੀਆਂ। ਕੋਈ ਕਿਸੇ ਨੂੰ ਬਾਈ ਜੀ ਭੀੜ ਇੱਕ ਜਦੋਂ ਸ਼ਕਲ ਲੈਂਦੀ ਆ ਫਿਰ ਉਹ ਰੁਕਦੀ ਨਹੀਂ ਹੁੰਦੀ। ਹਾਂਜੀ। ਸਟੇਜ ਕੈਪਚਰ ਹੋਈ ਆ, ਉਸ ਉੱਤੇ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਕਿ ਸਟੇਜ ਕੈਪਚਰ ਕਰ ਲਈ ਗਈ ਸੀ। ਸਟੇਜ ਕੈਪਚਰ ਹੋਣ ਤੋਂ ਬਾਅਦ ਲੱਖੇ ਨੇ, ਦੀਪ ਨੇ ਐਲਾਨ ਕਰਤਾ ਕਿ ਨਹੀਂ ਅਸੀਂ ਸਾਡਾ ਰੋਡ ਤਾਂ ਰਿੰਗ ਰੋਡ ਹੈ, ਸਾਡਾ ਰੋਡ ਰਿੰਗ ਰੋਡ, ਇਸ ਤਰ੍ਹਾਂ ਦੇ ਨਾਅਰੇ ਲੱਗੇ। ਤਾਂ ਕੀ ਉਹ ਸਟੇਜ ਕੈਪਚਰ ਹੋਈ? ਉੱਥੇ ਜਿਹੜੇ ਲੋਕ ਉਹ ਕੌਣ ਸਨ? ਕੋਈ ਇਹਨਾਂ ਦੀ ਸਟੇਜ ਕੈਪਚਰ ਨਹੀਂ ਜੀ ਹੋਈ। ਇਹ ਤਾਂ ਇਹਨਾਂ ਦੀਆਂ ਕਹਿਣ ਦੀਆਂ ਗੱਲਾਂ ਨੇ। ਦੇਖੋ, ਜਦੋਂ ਇਹ ਰਾਤ ਨੂੰ ਆਪਦੇ ਪੈਰਾਂ ਤੋਂ ਥੜਕਣ ਲੱਗ ਗਏ, ਜਦੋਂ ਰਾਜੇਵਾਲ ਸਾਹਿਬ ਕਹਿਣ ਲੱਗੇ ਉਹ ਨੌਜਵਾਨ ਨੂੰ ਕਿੱਧਰ ਨੂੰ ਜਾਣ ਲੱਗੇ, ਤੁਸੀਂ ਗਲਤ ਕਰਨ ਲੱਗ ਗਏ, ਨੌਜਵਾਨਾਂ ਦੇ ਦਿਮਾਗ ਦੇ ਵਿੱਚ ਸਿਰਫ ਇਹੀ ਗੱਲ ਸੀਗੀ ਕਿ ਬਹੁਤ ਟਾਈਮ ਹੋ ਗਿਆ ਉਰੇ ਬੈਠਿਆਂ ਨੂੰ। ਕਿਸੇ ਨੇ ਬਾਈ ਜੀ ਸਟੇਜ ਨਹੀਂ, ਮੈਂ ਜੇ ਸਟੇਜ ਵਾਲੀ ਗੱਲ ਤੇ ਆਉਣਾ, ਕਿਸੇ ਨੇ ਕੈਪਚਰ ਨਹੀਂ ਕਰੀ। ਉਹ ਤਾਂ ਸਿੰਘਾਂ ਨੇ ਜਿਹੜੇ ਸਿੰਘਾਂ ਨੇ ਹੁਣ ਤੱਕ ਮੋਰਚੇ ਦੇ ਵਿੱਚ ਜਾਨ ਪਾ ਕੇ ਰੱਖੀ, ਮੋਰਚੇ ਨੂੰ ਫਤਿਹ ਕੀਤਾ ਸਿੰਘਾਂ ਨੇ, ਨਿਹੰਗ ਸਿੰਘਾਂ ਨੇ, ਉਹ ਤਾਂ ਬਾਈ ਜੀ ਸਾਰੇ ਉੱਥੇ ਸੀਗੇ। ਤੇ ਦੀਪ ਨੂੰ ਤਾਂ ਆਪ ਬੁਲਾਇਆ ਗਿਆ ਉੱਪਰ ਸਟੇਜ ਤੇ। ਕਿਹਨੇ ਕਬਜ਼ਾ ਕੀਤਾ ਬਾਈ ਜੀ? ਸਾਰੇ ਆਪਣੇ ਤਾਂ ਲੋਕ ਸੀਗੇ, ਕੋਈ ਬਾਹਰੀ ਲੋਕਾਂ ਨੇ ਆ ਕੇ ਉੱਥੋਂ ਕਬਜ਼ਾ ਕਰ ਲਿਆ। ਹਾਂਜੀ। ਕਿਸਾਨ ਆਗੂ ਪਹੁੰਚੋ ਉੱਥੇ, ਜਿਹੜੇ ਨੌਜਵਾਨ ਨੇ ਵੀ ਸਾਡੇ ਨੌਜਵਾਨ ਇਸ ਤਰ੍ਹਾਂ ਗੱਲਾਂ ਕਰ ਰਹੇ, ਉਹਨੂੰ ਸ਼ਾਂਤ ਕੀਤਾ ਜਾਵੇ, ਸਮਝਾਇਆ ਜਾਵੇ ਕਿ ਨਹੀਂ ਦਿੱਲੀ ਪੁਲਿਸ ਨਾਲ ਇਸ ਗੱਲ ਤੇ ਸਹਿਮਤੀ ਨਹੀਂ ਬਣੀ, ਦਿੱਲੀ ਪੁਲਿਸ ਨਾਲ ਇਸ ਰੋਡ ਦੇ ਉੱਤੇ ਸਹਿਮਤੀ ਬਣੀ ਨਹੀਂ ਜੀ। ਦੇਖੋ, ਜਿਹੜੇ ਵਲੰਟੀਅਰ ਹੁੰਦੇ ਨੇ ਛੋਟੇ ਮੋਟੇ ਮੇਰੇ ਤੁਹਾਡੇ ਵਰਗੇ ਬਣੇ, ਉਹ ਹੁਣ ਕੀ ਸਮਝਾਉਣਗੇ ਜਨਤਾ ਨੂੰ ਜਦੋਂ ਇਹਨਾਂ ਨੇ ਆਪੇ ਪਹਿਲਾਂ ਵੱਡੇ ਵੱਡੇ ਬਿਆਨ ਥਾਪਤੇ? ਕਿਸਾਨ ਆਗੂ ਕੋਈ ਨਹੀਂ ਪਹੁੰਚਿਆ? ਨਹੀਂ ਜੀ। ਜਦੋਂ ਇਹਨਾਂ ਨੇ ਆਪੇ ਫੱਟੀਆਂ ਖੜੀਆਂ ਕਰਤੀਆਂ ਕਿ ਜਾਂ ਤਾਂ ਵਾਪਸ ਹੋਣਗੇ ਜਾਂ ਫਿਰ ਅਸੀਂ ਮਰ ਕੇ ਜਾਵਾਂਗੇ, ਜਦੋਂ ਐਡਾ ਵੱਡਾ ਇੱਕ ਵਾਰੀ ਜੋਸ਼ ਭਰ ਕੇ ਨੌਜਵਾਨ ਦੇ ਵਿੱਚ, ਤਾਂ ਫਿਰ ਉਹ ਲੱਤ ਪਿੱਛੇ ਖਿੱਚਣੀ, ਫਿਰ ਐਂ ਗੱਲ ਨਹੀਂ ਨਾ ਬਣਦੀ। ਬਿਲਕੁਲ ਚਰਚਾ ਦਾ ਵਿਸ਼ਾ ਇਹ ਗੱਲ ਬਣੀ ਰਹੇਗੀ ਕਿ ਆਖਰ 26 ਜਨਵਰੀ ਨੂੰ ਜਿਹੜਾ ਪ੍ਰਬੰਧ ਦੇ ਵਿੱਚ ਕਿੱਥੇ ਕਮੀਆਂ ਰਹੀਆਂ, ਕਿਉਂ ਜਿਹੜੇ ਕਿਸਾਨ ਆਗੂ ਨੇ ਜਿਹੜੇ ਕਹਿੰਦੇ ਸੀ ਕਿ ਜਿਹੜਾ ਹਜੂਮ ਆਇਆ ਪੰਜਾਬ ਤੋਂ ਸਾਡੇ ਨਾਲ ਆਇਆ, ਲੋਕਾਂ ਨੂੰ ਆਪਣੇ ਭਰੋਸੇ ਦੇ ਵਿੱਚ ਨਹੀਂ ਲੈ ਸਕੇ, ਕਿਉਂ ਉਸ ਰੋਡ ਦੇ ਉੱਤੇ ਜਿਹੜੇ ਲੋਕ ਨਹੀਂ ਗਏ, ਜਿਹੜਾ ਰੋਡ ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਦੇ ਨਾਲ ਜਿਹੜਾ ਨਿਰਧਾਰਿਤ ਕੀਤਾ ਸੀ? ਜਿਹੜੇ ਵਲੰਟੀਅਰਾਂ ਦੀਆਂ ਗੱਲਾਂ ਨੇ, ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਕਿਸਾਨ ਆਗੂਆਂ ਤੋਂ ਨਿਕਲ ਕੇ ਆਉਂਦੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਸੀ ਕਿ 24 ਦੀ ਰਾਤ ਜਾਂ 25 ਦੀ ਰਾਤ ਤੱਕ ਕਿਸਾਨ ਜਥੇਬੰਦੀਆਂ ਆਪਣੇ ਵਲੰਟੀਅਰ ਜਿਹੜੇ ਨੇ ਉਹ ਇਕੱਠੇ ਕਰ ਰਹੀਆਂ ਸਨ। ਵਲੰਟੀਅਰ ਨਹੀਂ ਸਮੇਂ ਤੋਂ ਪਹਿਲਾਂ ਇਕੱਠੇ ਕੀਤੇ ਗਏ, ਉਹਨਾਂ ਨੂੰ ਕੋਈ ਜਿਹੜੀ ਟ੍ਰੇਨਿੰਗ ਹੈ ਉਹ ਨਹੀਂ ਦਿੱਤੀ ਗਈ। ਲੱਗਦਾ ਨਹੀਂ ਕਿ ਜੀ ਉਸ ਤੋਂ ਪਹਿਲਾਂ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਇੱਕ ਟ੍ਰੇਨਿੰਗ
ਵੀ ਦੇਣੀ ਚਾਹੀਦੀ ਕਿ ਇਸ ਰੋਡ ਹੈ, ਜੇਕਰ ਲੋਕ ਭੜਕ ਜਾਂਦੇ ਨੇ ਕਿਵੇਂ ਉਹਨਾਂ ਨੂੰ ਸ਼ਾਂਤ ਕਰਨਾ, ਹੋਰ ਪਾਸੇ ਨੂੰ ਨਿਕਲਦੇ ਨੇ ਉਹਨਾਂ ਨੂੰ ਕਿਵੇਂ ਮੋੜ ਕੇ ਲੈ ਕੇ ਆਉਣਾ, ਇਸ ਢੰਗ ਦੀ ਕਿਸੇ ਨੂੰ ਕੋਈ ਟ੍ਰੇਨਿੰਗ ਉੱਥੇ ਜਿਹੜੇ ਉੱਥੇ ਨੌਜਵਾਨ ਮੌਜੂਦ ਸੀ ਉਹੀ ਇੱਕ ਤਰ੍ਹਾਂ ਦੇ ਉਹਨਾਂ ਦੇ ਵਲੰਟੀਅਰ ਸੀ, ਕਿਸੇ ਨੂੰ ਟ੍ਰੇਨਿੰਗ ਨਹੀਂ ਦਿੱਤੀ? ਬਾਈ ਜੀ ਟ੍ਰੇਨਿੰਗ ਦੀ ਗੱਲ ਫਿਰ ਉੱਥੇ ਫਿਰ ਖਤਮ ਹੋ ਜਾਂਦੀ ਹੈ, ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਨੇ। ਟ੍ਰੇਨਿੰਗ ਉੱਥੇ ਕਿਸੇ ਨੂੰ ਕੀ ਦੇਣੀ ਸੀ? ਇਹ ਦੁਨੀਆ ਦਾ ਵਿੱਚ ਤਾਂ ਇੱਕ ਇਹ ਆਲਮਕਾ ਬੁੱਕ ਰਿਕਾਰਡ ਦੇ ਵਿੱਚ ਇਹ ਨਾਮ ਆ ਗਿਆ ਨਾਮ ਕਿ ਜਿਹੜਾ ਇਹ ਪੰਜਾਬ ਦੇ ਵਿੱਚ ਸੰਘਰਸ਼ ਸੀਗਾ ਤੇ ਕਿੰਨੇ ਸ਼ਾਂਤਮਈ ਢੰਗ ਦੇ ਨਾਲ ਲੱਖਾਂ ਲੋਕ ਜਿਹੜੇ ਰੋਕ ਕੇ ਰੱਖੇ। ਇੱਥੋਂ ਤੱਕ ਕਿ ਹਰਿਆਣੇ ਵਾਲੇ ਬਜ਼ੁਰਗਾਂ ਨੇ ਵੀ ਇਹ ਗੱਲ ਕਹੀ ਕਿ ਸਾਡੇ ਜੇ ਨੌਜਵਾਨ ਥੋੜ੍ਹੇ ਤੱਤੇ ਚੱਲਦੇ ਆ, ਇਹਨਾਂ ਨੇ ਹੁਣ ਨੂੰ ਕਾਦੀਆਂ ਇੱਥੇ ਦੁਕਾਨਾਂ ਭੰਨ ਦੇਣੀਆਂ ਸੀ, ਤੇ ਇੱਥੋਂ ਤੱਕ ਕਿ ਤੁਸੀਂ ਪੰਜਾਬ ਵਾਲੇ ਹੋ, ਤੁਸੀਂ ਰੋਕ ਕੇ ਰੱਖਿਆ ਹੋਇਆ, ਤੁਸੀਂ ਵਧੀਆ ਐਂਡ ਸ਼ਾਂਤੀ ਦੇ ਢੰਗ ਨਾਲ, ਤੇ ਈਵਨ ਸਾਰੇ ਸ਼ਾਂਤੀ ਨਾਲ ਹੀ ਸੀਗੇ, ਤੇ ਲਾਲ ਕਿਲ੍ਹੇ 'ਤੇ ਜਾ ਕੇ ਵੀ ਕੋਈ ਨੁਕਸਾਨ ਨਹੀਂ ਕੀਤਾ, ਕਿਸੇ ਦੀ ਕੋਈ ਦੁਕਾਨ ਨਹੀਂ ਲੁੱਟੀ, ਕੋਈ ਐਦਾਂ ਦਾ ਕੰਮ ਨਹੀਂ ਕੀਤਾ ਕਿ ਲੋਕਾਂ ਦੇ ਵਿੱਚ ਮਨਾਂ 'ਚ ਕੋਈ ਨਿਰਾਸ਼ਾ ਆਵੇ। ਇੱਥੋਂ ਤੱਕ ਕਿ ਸਰਕਾਰ ਨੇ ਤਾਂ ਡਰਾ ਕੇ ਰੱਖਿਆ ਸੀ ਕਿ ਪੰਜਾਬ ਤੋਂ ਆ ਰਹੇ ਨੇ, ਅੱਤਵਾਦੀ ਆ ਰਹੇ ਨੇ। ਉਹ ਹੌਲੀ ਹੌਲੀ ਦੇਖਦੇ ਵੀ ਇਹਨਾਂ ਦਾ ਲੰਗਰ ਲੱਗੇ ਹੋਏ ਨੇ, ਸਿਸਟਮ ਚੱਲ ਰਹੇ ਨੇ ਵੱਡੇ ਵੱਡੇ, ਤੇ ਹੁਣ ਦੇਖੋ ਕਿਵੇਂ ਰੋਂਦੇ ਸੀ ਜਦੋਂ ਅਸੀਂ ਆਏ, ਤੇ ਕੋਈ ਐਦਾਂ ਦੀ ਗੱਲ ਨਹੀਂ ਸੀ। ਹਾਂਜੀ। ਅੱਛਾ, ਪਹਿਲੇ ਦਿਨ ਤੋਂ ਦੀਪ ਸਿੱਧੂ ਨਾਲ ਖੜੇ ਸੀ? ਹਾਂਜੀ। ਅੱਜ ਵੀ ਖੜੇ ਹੋ? ਲੋਕ ਜੋ ਮਰਜ਼ੀ ਕਹੀ ਜਾਣ, ਦੀਪ ਸਿੱਧੂ ਦੀ ਸੋਚ ਦੇ ਨਾਲ ਅਸੀਂ ਤਦ ਵੀ ਖੜੇ ਸੀ, ਮੇਰੀ ਗੱਲ ਵੀ ਹੁੰਦੀ ਹੈ, ਤੇ ਆਪਾਂ ਇਹ ਕੋਈ ਫੋਟੋ ਪਾ ਕੇ ਪੇਜ ਦੇ ਉੱਤੇ ਤੇ ਇਹ ਨਹੀਂ ਦੱਸਣਾ ਚਾਹੁੰਦੇ ਕਿ ਅਸੀਂ ਦੀਪ ਦੇ ਨਾਲ ਹਾਂ। ਸਾਨੂੰ ਕਿਸੇ ਦਾ ਸਬੂਤ ਦੇਣ ਦੀ ਲੋੜ ਨਹੀਂ। ਜਿਹਨੇ ਕੰਮ ਕਰਨਾ ਆ ਗਰਾਊਂਡ ਦੇ ਉੱਤੇ ਉਹ ਸਾਨੂੰ ਗੱਲ ਕਰੇ। ਜਿਹੜੇ ਰਜਾਈਆਂ 'ਚ ਬਹਿ ਕੇ ਕਮੈਂਟ ਪਾਉਣਗੇ ਕਿ ਦੀਪ ਦੇ ਨਾਲ ਨਹੀਂ ਹੈਗੇ ਤੁਸੀਂ ਜਾਂ ਕੀ ਹੋ, ਉਹਨਾਂ ਨੂੰ ਅਸੀਂ ਮੂੰਹ ਨਹੀਂ ਲਾਉਂਦੇ, ਕਿਉਂਕਿ ਉਹ ਗੱਲਾਂ ਦਾ ਜਾਂ ਸਾਨੂੰ ਪਤਾ ਜਾਂ ਦੀਪ ਨੂੰ ਪਤਾ। ਹਾਂਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਉਹ ਨੌਜਵਾਨ ਨੇ ਜਿਹੜੇ 26 ਤੋਂ ਬਾਅਦ ਜਿਨ੍ਹਾਂ ਨੂੰ ਟਾਰਗੇਟ ਵੀ ਕੀਤਾ ਗਿਆ, ਜਿਹੜੇ ਐਕਟਿਵ ਵੀ ਰਹੇ ਨੇ ਕਿਸਾਨੀ ਅੰਦੋਲਨ ਦੇ ਵਿੱਚ। ਤਾਂ ਇਹਨਾਂ ਨੌਜਵਾਨਾਂ ਦੇ ਮਨਾਂ ਦੇ ਵਲਵਲੇ ਕੀ ਨੇ? ਅੱਜ ਵੀ ਇਹ ਗੱਲਾਂ ਇੱਕ ਬੜੀ ਚਰਚਾ ਦਾ ਵਿਸ਼ਾ ਮੰਗਦੀਆਂ ਨੇ ਕਿ ਆਖਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਮਗਰ ਲੋਕ ਕਿਉਂ ਨਹੀਂ ਤੁਰੇ, ਕਿਉਂ ਨਹੀਂ ਉਹਨਾਂ ਨੂੰ ਪਹਿਲਾਂ ਤੋਂ ਹੀ ਇਹ ਗੱਲ ਸਮਝਾਈ ਗਈ? ਜੇ ਇਹ ਗੱਲ ਤੁਸੀਂ ਸਮਝਾਉਣ ਤੋਂ ਰਹਿ ਗਏ ਸੀ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਪਹਿਲਾਂ ਤੋਂ ਕਿਉਂ ਬਾਲੀਆਂ ਗਈਆਂ ਕਿ ਜਿਹੜੇ ਕਿਸਾਨ ਦਿੱਲੀ ਵੜਨਗੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਿਤੇ ਉੱਤੇ ਟਰੈਕਟਰ ਚੜਾ ਦਿੱਤਾ ਜਾਊਗਾ, ਤਾਂ ਇਹ ਕਰ ਦਾਂਗੇ, ਲਾਲ ਕਿਲ੍ਹਾ ਜਿੱਤ ਲਾਂਗੇ, ਦਿੱਲੀ ਪੈਰਾਂ ਥੱਲੇ ਪਈ ਹੋਊਗੀ। ਪਹਿਲਾਂ ਤਾਂ ਨੌਜਵਾਨਾਂ ਨੂੰ ਬੀਰਸੀ ਜਿਹੜੀਆਂ ਗੱਲਾਂ ਨੇ ਉਹ ਕਰਕੇ ਅੱਗੇ ਕਰ ਦਿੱਤਾ ਗਿਆ। ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨਾਂ ਨੂੰ ਟਾਰਗੇਟ ਬਣਾਇਆ ਗਿਆ। ਤਾਂ ਉਸ ਤੋਂ ਬਾਅਦ ਖੁੱਲ੍ਹੀ ਚਰਚਾਵਾਂ ਇਸ ਗੱਲ ਦੇ ਉੱਤੇ ਨਹੀਂ ਹੋਈਆਂ। ਇਹ ਗੱਲਾਂ ਖੁੱਲ੍ਹੀ ਚਰਚਾਵਾਂ ਮੰਗਦੀਆਂ ਨੇ ਕਿ ਆਖਰ ਕਿਵੇਂ ਭਾਰਤ ਦੀ ਇੱਕ ਜਿਹੜੀ ਪ੍ਰਾਪਰਟੀ ਹੈ ਉਹਦੇ ਉੱਤੇ ਇੱਕ ਕਮਿਊਨਿਟੀ ਜਿਹੜੀ ਭਾਰਤ ਦੇ ਵਿੱਚ ਰਹਿੰਦੀ ਹੈ, ਭਾਰਤ ਦੇ ਵਿੱਚ ਉਸ ਦੀ ਆਜ਼ਾਦੀ ਦੇ ਵਿੱਚ ਵੱਡਾ ਹਿੱਸਾ ਆ, ਜੇਕਰ ਉਹ ਆਪਣਾ ਜਾ ਕੇ ਝੰਡਾ ਲਹਿਰਾ ਦਿੰਦੇ ਨੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾਂ, ਤਾਂ ਆਖਰ ਉਹ ਦੇਸ਼ ਧਰੋਹ ਕਿਵੇਂ ਹੋ ਜਾਂਦਾ ਹੈ? ਕਿਸਾਨੀ ਦਾ ਝੰਡਾ ਜੇਕਰ ਲਾਲ ਕਿਲ੍ਹੇ ਉੱਤੇ ਝੂਲ ਜਾਂਦਾ ਤਾਂ ਉਹ ਦੇਸ਼ ਧਰੋਹ ਕਿਵੇਂ ਹੋ ਜਾਂਦਾ ਜਦੋਂ ਕਿ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਆ? ਤਾਂ ਇਹ ਗੱਲਾਂ ਚਰਚਾ ਦਾ ਵਿਸ਼ਾ ਰਹਿਣਗੀਆਂ। 26 ਜਨਵਰੀ ਨੂੰ ਸਾਲ ਹੈ ਜਿਹੜਾ ਉਹ ਹੋ ਚੁੱਕਾ ਹੈ, ਜਿਹੜੀ ਇਹ ਘਟਨਾ ਵਾਪਰੀ ਹੈ, ਤਾਂ ਇਹ ਗੱਲਾਂ ਦੇ ਉੱਤੇ ਖੁੱਲ੍ਹੀ ਚਰਚਾ ਜਿਹੜੀ ਉਹ ਹੋਣੀ ਚਾਹੀਦੀ ਹੈ। ਤਾਂ ਤੁਸੀਂ ਦੇਖਦੇ ਰਹੋ KTV UK। ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।